सलाम अलैकुम। दुनिया में सदा रहने को आता नहीं कोई, दुनिया में सदा रहने को आता नहीं कोई, तुम जैसे गए ऐसे भी जाता नहीं कोई। क्यों मर के भी होठों पे हंसी खेल रही है, सब जानते हैं और बताता नहीं कोई। एक अद्भुत आवाज़ ਮੁਹੰਮਦ ਰਫੀ। ਸੁਰਾਂ ਦਾ ਇਹ ਸ਼ਹਿਨਸ਼ਾਹ ਪੰਜਾਬ ਦੀ ਸਰਜ਼ਮੀਂ ਤੇ ਜੰਮਿਆ ਤੇ ਹਿੰਦੁਸਤਾਨੀ ਸਿਨੇਮਾ ਨੂੰ ਆਪਣੀ ਮਿੱਠੀ ਤੇ ਦਮਦਾਰ ਆਵਾਜ਼ ਨਾਲ ਸਿੰਜ ਕੇ ਸਦੀ ਵੀ ਕਰ ਗਿਆ। ਉਸ ਦੀ ਆਵਾਜ਼ ਦੀ ਪਰਵਾਜ਼ ਉਕਾਬ ਤੋਂ ਵੀ ਉੱਚੀ ਸੀ, ਜਿਸ ਤੱਕ ਪਹੁੰਚਣ ਲਈ ਕਿਸੇ ਹੋਰ ਕਲਾਕਾਰ ਨੂੰ ਸ਼ਾਇਦ ਕਈ ਜਨਮ ਲੱਗ ਜਾਣਗੇ। ਜਦੋਂ ਮੈਂ ਉਸ ਮਹਾਨ ਹਸਤੀ ਦੇ ਦਰਸ਼ਨ ਕੀਤੇ, ਮੈਂ ਇੱਕਦਮ ਆਪਣੇ ਆਪ ਨੂੰ, ਆਪਣੇ ਜੀਵਨ ਨੂੰ, ਮੈਂ ਸਮਝਦਾ ਵੀ ਇੱਕ ਐਡੀ ਵੱਡੀ ਉਹ ਗੱਲ ਸੀ ਜਿਸ ਦੇ ਕਦੇ ਮੈਂ ਸੁਪਨੇ ਦੇਖਦਾ ਸੀ, ਕਦੇ ਮੇਰੇ ਖਿਆਲਾਂ 'ਚ ਆਉਂਦੀ ਸੀ ਉਹ ਗੱਲ ਵੀ ਕਦੇ ਇਹਨਾਂ ਮਹਾਨ ਹਸਤੀਆਂ ਦੇ ਦਰਸ਼ਨ ਹੋਣਗੇ। ਜਦੋਂ ਮੈਂ ਦੇਖਿਆ ਵੀ ਮੈਂ ਉਹਨਾਂ ਦੇ ਘਰੇ ਗਿਆ ਔਰ ਉਹਨਾਂ ਨੇ ਜੀ ਆਇਆਂ ਨੂੰ ਕਿਹਾ, ਵੈਲਕਮ ਕਿਹਾ, ਅਤੇ ਮੈਂ ਆਪਣੇ ਆਪ ਨੂੰ ਕਰਤਾਰ ਸਮਝਿਆ ਵੀ ਮੈਂ ਬਹੁਤ ਬੜੀ ਕਿਸਮਤ ਲਿਖਵਾ ਕੇ ਲੈ ਕੇ ਆਇਆ, ਐਸੀ ਮਹਾਨ ਹਸਤੀ ਦੇ ਦਰਸ਼ਨ ਕਰ ਰਹੇ ਸੀ। ਆਪਣੀ ਜ਼ਮੀਨ ਨਾਲ ਜੁੜਿਆ ਸੁਰਾਂ ਦਾ ਇਹ ਸ਼ਹਿਨਸ਼ਾਹ 24 ਦਸੰਬਰ 1924 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਪਿਤਾ ਅਲੀਆ ਉਰਫ ਹਾਜੀ ਅਲੀ ਮੁਹੰਮਦ ਤੇ ਮਾਤਾ ਅੱਲਾ ਰੱਖੀ ਦੇ ਘਰ ਪੈਦਾ ਹੋਇਆ। मैं कोटला सुल्तान सिंह पंजाब में पैदा हुआ। उसके बाद हम लोग लाहौर चले गए। लाहौर से सन 42 में मैं बम्बई आ गया। ਰਫੀ ਸਾਹਿਬ ਦਾ ਘਰ ਜੀ ਪਿਛਲੇ ਸਾਈਡ 'ਤੇ ਸੀ ਜਿੱਥੇ ਮੈਂ ਬੈਠਾ। ਇਹ ਸਾਡੇ ਘਰਾਂ ਦੇ ਵਿੱਚ ਘਰ ਸੀ ਉਹਨਾਂ ਦਾ, ਅਤੇ ਉਹ ਸੰਨ 34 ਦੇ ਵਿੱਚ ਉਹਨਾਂ ਦਾ ਫਾਦਰ ਸਾਹਿਬ ਫਰੋਖਤ ਕਰਕੇ ਲਾਹੌਰ ਚਲੇ ਗਏ ਸੀ ਅਤੇ ਸਾਡੇ ਬਜ਼ੁਰਗਾਂ ਨੇ ਖਰੀਦ ਲਿਆ ਸੀ। ਗੁਆਂਢੀ ਸੀ ਉਹ ਮੇਰਾ, ਹਰ ਵੇਲੇ ਉਹ ਮੇਰੇ ਨਾਲ ਰਹਿੰਦਾ ਸੀ ਅਤੇ ਪੀਕੋ ਉਹਦਾ ਨਾਂ ਸੀ। ਘਰਦਿਆਂ ਨੇ ਬੜੇ ਪਿਆਰ ਨਾਲ ਇਹਦਾ ਨਾਮ ਫੀਕੋ ਰੱਖਿਆ। ਛੋਟੇ ਫੀਕੋ ਦਾ ਅਸਲ ਨਾਮ ਮੁਹੰਮਦ ਰਫੀਕ ਸੀ, ਜੋ ਜਨਮਾਨਸ ਵਿੱਚ ਮੁਹੰਮਦ ਰਫੀ ਦੇ ਤੌਰ ਤੇ ਪ੍ਰਵਾਨਿਤ ਹੋਇਆ। ਜਹਾਨ ਵਿੱਚ ਆਪਣੀ ਆਵਾਜ਼ ਦਾ ਸਿੱਕਾ ਮਨਾਉਣ ਵਾਲੇ ਮੁਹੰਮਦ ਰਫੀ ਸਾਹਿਬ ਦੀਆਂ ਡੂੰਘੀਆਂ ਪੈੜਾਂ ਦੇ ਨਿਸ਼ਾਨ ਮਿਟਾਇਆ ਵੀ ਨਹੀਂ ਮਿਟ ਸਕਦੇ। 24 ਘੰਟੇ ਸੰਗੀਤ ਨੂੰ ਸਮਰਪਿਤ ਇਸ ਮਹਾਨ ਸ਼ਖਸੀਅਤ ਨੇ ਨਾ ਦਿਨ ਵੇਖਿਆ ਨਾ ਰਾਤ, ਲਗਾਤਾਰ ਸੰਗੀਤ ਸਾਧਨਾ ਕੀਤੀ। ਕਦੇ ਸਟੂਡੀਓ ਵਿੱਚ ਰਿਕਾਰਡਿੰਗ ਕਰਦੇ, ਕਦੇ ਮੰਚ ਤੇ ਹੁੰਦੇ, ਕਦੇ ਘਰ ਵਿੱਚ ਰਿਆਜ਼ ਕਰਦੇ। ਪਤਾ ਨਹੀਂ ਕਿੰਨੀਆਂ ਕੁ ਯਾਦਾਂ ਵਿੱਚ ਵਸਦੇ ਰਫੀ ਸਾਹਿਬ ਨੂੰ ਸੰਗੀਤ ਦੀ ਮੁੱਢਲੀ ਚਿਣਕ ਇੱਕ ਤਾਰੇ ਤੇ ਗਾਉਣ ਵਾਲੇ ਉਸ ਗੁਮਨਾਮ ਫੱਕਰ ਤੋਂ ਲੱਗੀ, ਜੋ ਪਿੰਡ-ਪਿੰਡ ਜਾ ਕੇ ਇੱਕ ਤਾਰਾ ਵਜਾ ਕੇ ਗਾਉਂਦਾ ਤੇ ਗਾ ਕੇ ਪੈਸੇ ਮੰਗਦਾ ਸੀ। ਉਹ ਗਾਉਂਦਾ ਜਾਂਦਾ ਤੇ ਰਫੀ ਸਾਹਿਬ ਪਿੰਡ-ਪਿੰਡ ਉਸ ਦੇ ਮਗਰ ਉਸ ਨੂੰ ਸੁਣਨ ਜਾਂਦੇ। ਫਕੀਰ ਵੱਲੋਂ ਬੋਲੇ ਬੋਲ, ਖੇਡਣ ਦੇ ਦਿਨ ਚਾਰ ਨਿਮਾਏ, ਖੇਡਣ ਦੇ ਉਸ ਛੋਟੇ ਰਫੀ ਨੂੰ ਮੰਤਰ ਮੁਗਧ ਕਰ ਦਿੰਦੇ। खेडन दे दिन चार निमाए, खेडन दे दिन चार। वो इतना मीठा उसका आवाज़ लगता था मुझे, तो मैं जहाँ जहाँ जाता था उसके पीछे 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 उसको देख देख के मुझे गाने का शौक इतना बड़ा था। ਰਫੀ ਸਾਹਿਬ ਦੀ ਇਸ ਸੰਗੀਤ ਚਿਣਕ ਦੀ ਕੰਸੋ ਜਦ ਵੱਡੇ ਭਰਾ ਨੂੰ ਪਈ ਤਾਂ ਉਸ ਨੇ ਸੰਗੀਤਕ ਗੁਰ ਸਿੱਖਣ ਲਈ ਰਫੀ ਸਾਹਿਬ ਦਾ ਤਾਰੁਫ ਉਸਤਾਦ ਉਸਮਾਨ ਖਾਨ ਸਾਹਿਬ ਨਾਲ ਕਰਵਾਇਆ। ਮੁਹੰਮਦ ਰਫੀ ਤੇ ਮੁਹੰਮਦ ਰਫੀ ਦੀ ਮਾਂ, ਇਹ ਦੋ ਇੱਥੇ ਰਹਿੰਦੇ, ਜੰਮਿਆ ਇੱਥੇ ਆ ਕੋਲੇ। ਮੁੜ ਕੇ ਜਦੋਂ ਇਕੱਠੇ ਪੜ੍ਹਦੇ ਹਨ ਅਸੀਂ ਉਹਨੂੰ ਚੌਥੀ 'ਚੋਂ ਹਟਾ ਕੇ ਤੇ ਲੈ ਗਿਆ ਲਾਹੌਰ। ਮੁਹੰਮਦ ਰਫੀ ਨੂੰ ਉਹਦਾ ਬਾਪ ਵੀ ਉੱਥੇ ਹਜ਼ਾਮਤਾਂ ਕਰੂਏ, ਇੱਥੇ ਅਵਾਰਾ ਫਿਰੂ। ਉਹ ਮਹਾਰਾਜ ਉੱਥੇ ਇੱਕ ਐਕਟਰ ਆ ਗਿਆ ਹਜ਼ਾਮਤ ਕਰਾਉਣ। ਉਹ ਜਦੋਂ ਐਕਟਰ ਆ ਗਿਆ ਤੇ ਨਾਲੇ ਤੇ ਉਹ ਹਜ਼ਾਮਤ ਕਰੇ ਤੇ ਨਾਲੇ ਗਾਵੇ ਤੇ ਨਾਲੇ ਤਾਲੀ ਮਾਰੇ ਐਂ ਕਰਕੇ। ਉਹਦੀ ਜਿਹੜੀ ਆਵਾਜ਼ ਸੀ ਨਾ ਉਹ ਐਕਟਰ ਦੇ ਐਸੀ ਪਸੰਦ ਆਈ, ਉਹ ਉਹਨੂੰ ਆਖਣਗਾ ਕਾਕਾ
ਮੈਂ ਤੈਨੂੰ ਨਾਲ ਹੀ ਲੈ ਜਾਣਾ। ਸਭ ਦੇਣ ਐਕਟਰ ਦੀ ਆ ਉਹਨੂੰ, ਉਹ ਨਾਲ ਹੀ ਲੈ ਗਿਆ ਬੰਬੇ, ਨੌਰੋਂ ਬੰਬੇ ਚਲਾ ਗਿਆ ਉਹ। मधुबन में राधिका नाचे रे, मधुबन में राधिका। ਉਸਮਾਨ ਖਾਨ ਸਾਹਿਬ ਤੋਂ ਬਾਅਦ ਅਬਦੁਲ ਵਹੀਦ ਖਾਨ, ਪੰਡਿਤ ਜੀਵਨ ਲਾਲ, ਆਸ਼ਿਕ ਅਲੀ ਖਾਨ ਤੇ ਬੜੇ ਗੁਲਾਮ ਅਲੀ ਖਾਨ ਸਾਹਿਬ ਤੋਂ ਸੰਗੀਤਕ ਤਾਲੀਮ ਹਾਸਲ ਕੀਤੀ। जब दिल ही टूट गया। ਕੇ.ਐਲ. ਸਹਿਗਲ ਸਾਹਿਬ ਦੇ ਪ੍ਰਸ਼ੰਸਕ ਰਹੇ ਮੁਹੰਮਦ ਰਫੀ ਦੀ ਕੇ.ਐਲ. ਸਹਿਗਲ ਨਾਲ ਪਹਿਲੀ ਮੁਲਾਕਾਤ 1937 ਵਿੱਚ ਲਾਹੌਰ ਵਿਖੇ ਇੱਕ ਪ੍ਰੋਗਰਾਮ ਵਿੱਚ ਹੋਈ ਤਾਂ ਖੁਦ ਕੇ.ਐਲ. ਸਹਿਗਲ ਸਾਹਿਬ ਨੇ ਰਫੀ ਦੇ ਗਾਣੇ ਨੂੰ ਪਸੰਦ ਕਰਦੇ ਹੋਏ ਆਸ਼ੀਰਵਾਦ ਦਿੱਤਾ। तेरी कहानी भूलने। ਹੌਲੀ-ਹੌਲੀ ਪੁਰਾਣੀ ਪੀੜ੍ਹੀ ਰਫੀ ਦੀ ਪ੍ਰਸ਼ੰਸਕ ਬਣਦੀ ਗਈ ਤੇ ਨਵੀਂ ਪੀੜ੍ਹੀ मुरीद। शेर मुलाहजा कीजिए और सुनिए कि किसके लिए मैंने कहा है, वो कौन हो सकता है। मुलाहजा हो कि नगमों के पैगंबर, अरे नगमों के पैगंबर, क्या तेरा बिगड़ता जो न मरता कई दिन और। वो कौन था नगमों का पैगंबर? लीजिए ये गाना मेरा आपको बता देगा कि सही है या झूठ। उन्होंने बोला कल रिकॉर्ड कर लेते हैं इस गाने को। रफ़ी साहब से टाइम लिया और फेमस में गाना रिकॉर्ड हुआ, एक रात फिल्म का। और रिकॉर्डिंग में सर्दी के दिन थे, मेरे पास कोट नहीं था पहनने का। अनजान का कोट मैं पहने हूँ, अनजान अपना कोट पहने, मैं और अनजान, उषा जी और रफ़ी साहब, वो फोटो है मेरे पास। क्या बात। कारोबार बना कर मालिक ने कारोबार मिटाया होगा। मैं रफी साहब से बहुत प्यार करता था, सब करते हैं। वो बहुत ही नेक इंसान थे, सबके लिए, हर भाषा के लिए, हर इंसान के लिए। मेरी एक फिल्म बनी थी सूरमा भोपाली जी, तो वो मैंने गाना गाने के लिए कहा, तो जब वो जाने लगे तो एक लिफाफा मैंने देना चाहा कि बेटा तुम मुझे लिफाफा मत दो, शर्मिंदा कर रहे हो। तो मैंने कहा नहीं ले लीजिए। नहीं बेटा तुम मेरे बच्चे जैसे हो, बचपन के गाने गाए, सब गाए हैं, मुझे नहीं शर्मिंदा नहीं करना। पैसे नहीं दिया उन्होंने, ऐसे बहुत से लोगों से पैसे नहीं लेते थे वो। कहते ढलती रात के साए, काहे अपना आप छुपाए, काहे अपना। तो ये जो आई थिंक सबसे बड़े प्लेबैक सिंगर आप बोलेंगे तो मुझे लगता है रफ़ी साहब सबसे बड़े प्लेबैक सिंगर हैं हिंदुस्तान का। रफ़ी साहब जब रिकॉर्डिंग करते थे, मैं कई बार रफ़ी साहब के रिकॉर्डिंग में जाता था। रफ़ी साहब में तो एक खासियत थी, वो पूछते थे मैं किसके लिए गा रहा हूँ, वो जिनके लिए वो गाता था, जिस हीरो के लिए हो या जिस कैरेक्टर के लिए, ऐसा लगता था कि वही गा रहा है। तो अगर विश्वजीत के लिए गाते थे तो मेरा जो एक रोमांटिसिज्म ये उस हिसाब से, शम्मी जी के लिए जब गाते थे वही थोड़ा लाउड और ये सब वो स्टाइल लाते थे। तो उनमें जॉनी वगैरह के लिए जब गाते थे ऐसा लगेगा कि जॉनी वगैरह खुद गा रहे हैं। हाय, बिछड़ने पर एक याद आ गई, एक ऐसे साथी की, मोहम्मद रफी साहब का जिक्र न करूं तो आज का ये प्रोग्राम अधूरा रह जाएगा। दरअसल अगर मैं ये कहूं कि जब से होश संभाला रफी साहब की आवाज कानों में गूंजती सुनाई दी, बल्कि यूं कहना चाहिए कि मोहम्मद रफी की आवाज के साथ साथ मेरे अंदर का कलाकार भी विकसित होता गया।
लेकिन अफसोस जाने वाले कभी नहीं आते, जाने वालों की याद आती है। कद्र होती है हर एक इंसान की जाने के बाद, कद्र होती है हर एक इंसान की जाने के बाद, भूलने पर भी भुलाई जाती नहीं दिल से यार। मेरे फिल्म कैरियर का सबसे पहला जो नगमा था वो मुझे नहीं मालूम था, जो कि मुझे स्टूडियो में जाके मालूम पड़ा कि मैं रफ़ी साहब के साथ, मनाडे साहब और तलत महमूद साहब के साथ मैं भी गा रहा हूँ। और मेरी एक जो लड़कपन की एक जो ख्वाहिश थी कि मैं इन बड़े बड़े सिंगर्स को मिलता, वो मेरी एक ही गाने में पूरी हो गई। और रफ़ी साहब ने उस दिन से मुझे इतना प्यार दिया कि मैं उनकी याद में वही नगमा एक बार फिर से 2 लाइनें उसकी दोहराना चाहूँगा। हो के मजबूर मुझे उसने भुलाया होगा। ਯਾਦਾਂ ਦੇ ਗਲਿਆਰੇ ਵੱਲ ਮੁੜ ਚਲੀਏ ਤੇ ਪਤਾ ਚੱਲਦਾ ਹੈ ਕਿ ਰੇਡੀਓ ਤੇ ਪਹਿਲੀ ਵਾਰ ਗਾਉਣ ਦਾ ਮੌਕਾ ਭਾਵੇਂ ਉਹਨਾਂ ਨੂੰ ਫਿਰੋਜ਼ ਨਿਜ਼ਾਮੀ ਦੇ ਮਾਰਗਦਰਸ਼ਨ ਨਾਲ ਲਾਹੌਰ ਰੇਡੀਓ ਤੇ ਕਾਫੀ ਪਹਿਲਾਂ ਮਿਲ ਗਿਆ ਸੀ, ਪਰ ਫਿਲਮਾਂ ਵਿੱਚ ਪਹਿਲੀ ਵਾਰ ਮੌਕਾ ਮਿਲਣ ਦਾ ਕਿੱਸਾ ਉਹਨਾਂ ਦੀ ਸੰਗੀਤਕਾਰ ਸ਼ਾਮ ਸੁੰਦਰ ਨਾਲ ਹੋਈ ਮੁਲਾਕਾਤ ਤੋਂ ਸ਼ੁਰੂ ਹੁੰਦਾ ਹੈ। ਜਦੋਂ ਸ਼ਾਮ ਸੁੰਦਰ ਨੂੰ ਰਫੀ ਸਾਹਿਬ ਦਾ ਗਾਣਾ ਸੋਹਣਾ ਲੱਗਾ ਤਾਂ ਉਹਨਾਂ ਨੇ ਰਫੀ ਸਾਹਿਬ ਨੂੰ ਬੰਬਈ ਆਉਣ ਲਈ ਕਿਹਾ। ये पर्दा भी उठ जाता और कोई देख ना पाता, ये पर्दा भी उठ जाता और कोई देख ना पाता। पहला गाना लाहौर में एक पिक्चर बननी थी पंजाबी में, गुल बलोच उसका नाम था, जिसमें मरहूम श्याम सुंदर का म्यूजिक था। हिंदी में फिर यहाँ बम्बई में गांव की कोई पिक्चर बननी थी, उसमें गाना गाया था। ਬਸ ਫਿਰ ਇਸੇ ਤਰ੍ਹਾਂ ਹੀ ਇਸ ਮਹਾਨ ਸ਼ਖਸੀਅਤ ਦੀ ਆਵਾਜ਼ ਦਾ ਐਸਾ ਜਾਦੂ ਚੱਲਿਆ ਕਿ ਇਹ ਆਵਾਜ਼ ਦੀ ਪਰਵਾਜ਼ ਦਿਨ ਬਉ ਦਿਨ ਉੱਚੀ ਤੋਂ ਉੱਚੀ ਹੁੰਦੀ ਗਈ। ਕਹਿੰਦੇ ਨੇ ਸ਼ੁਰੂ ਵਿੱਚ ਰਫੀ ਸਾਹਿਬ ਦੀ ਦਿਲੀ ਤਮੰਨਾ KL ਸਹਿਗਲ ਨਾਲ ਗਾਉਣ ਦੀ ਸੀ, ਜੋ ਕਿ ਸੰਗੀਤਕਾਰ ਨੌਸ਼ਾਦ ਜੀ ਨੇ ਸ਼ੁਰੂਆਤੀ ਦਿਨਾਂ ਵਿੱਚ ਹੀ ਪੂਰੀ ਕਰ ਦਿੱਤੀ। सपनों की रानी, मेरे सपनों की रानी, रूही 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 मेरे सपनों की रानी। एक गाना मेरी और रफ़ी साहब की पसंद का गाना, ये एक बहुत पुरानी फिल्म का गाना है जिसका नाम है उड़न खटोला। इसे मैंने राग मिश्र दुर्गा में गवाया था। ओ दूर के मुसाफिर। रफ़ी साहब के साथ जब मैंने फिल्म लाइन ज्वाइन करी थी 50s में, तब मेरा सौभाग्य रहा कि मैंने उनके साथ काम किया। और मुझे बहुत ही थोड़ी सी नर्वसनेस थी इतने बड़े आर्टिस्ट के साथ काम करने के लिए, लेकिन उन्होंने इतनी अच्छी तरह से मुझे समझाया और मेरे को उसको इनकरेज किया कि मुझे बिल्कुल नहीं लगा कि मैं बड़े आर्टिस्ट के साथ गा रही हूँ, और बहुत तारीफ़ करी मेरे गाने सुनने के बाद। तो ऐसे थे रफ़ी साहब, हम्बल, पोलाइट, ऑफ कोर्स फैबुलस सिंगर, ये सब उनमें तो क्वालिटीज़ थी। और उनके साथ मैंने काफ़ी फिल्मों में काम किया। कुछ तो बहुत मशहूर हुए गाने, जैसे लव इन शिमला, बरसात की रात की कवालीज़, बाबर की कवालीज़। उनमें ये खासियत थी कि क्लासिकल गाने भी बहुत अच्छे गाते थे। जैसे आपको याद है, मेरा फेवरेट था ये गाना जो मालकौंस में उन्होंने गाया था, मन तरपत हरिदर शन को आज, मन तरपत हरिदर शन को आज। इसको गाती रहती थी बहुत ज़्यादा, और आज तक मैं इसको गाती हूँ। जब भी मेरा मन करता है मालकौंस से गाना गाती हूँ। तो उनकी क्लासिकल की ट्रेनिंग बहुत अच्छी थी, रियाज बहुत अच्छा था, और इवन पॉप सॉन्ग्स भी वो बहुत अच्छे गाते थे। सो उनकी खासियत ये थी कि ऑलराउंडर थे। एक करके पूरे 10,000 गीत गाउण वाले मोहम्मद रफ़ी ने
ਸਿਰਫ ਹਿੰਦੀ ਤੇ ਪੰਜਾਬੀ ਵਿੱਚ ਹੀ ਨਹੀਂ ਬਲਕਿ ਤੇਲਗੂ, ਤਮਿਲ, ਬੰਗਲਾ, ਸਿੰਧੀ, ਮਲਿਆਲਮ, ਭੋਜਪੁਰੀ, ਗੁਜਰਾਤੀ, ਕੰਨੜ, ਅੰਗਰੇਜ਼ੀ, ਡੱਚ ਤੇ ਪਸ਼ਤੋ ਵਿੱਚ ਵੀ ਗਾਇਆ। ਉਹਨਾਂ ਨੂੰ ਪੰਜਾਬੀ ਗਾਣਿਆਂ ਨਾਲ ਬੜਾ ਹੀ ਲਗਾਵ ਸੀ। ਉਹਨਾਂ ਨੇ ਪਹਿਲਾ ਮੇਰਾ ਗਾਣਾ ਗਾਇਆ ਸੀ ਲੱਛੀ ਫਿਲਮ ਵਿੱਚ, ਕਦੇ ਨਾ ਬੰਦੀ ਗੋਰੀ ਬਾਂਹ ਉੱਤੇ ਕੜੀ। ਕਦੀ ਨਾ ਬੰਨੀ ਗੋਰੀ ਬਾਂਹ ਉੱਤੇ ਕੜੀ। ਜਦੋਂ ਉਹਨਾਂ ਨੇ ਉਹ ਗਾਣਾ ਦੇਖਿਆ ਉਹ ਕਹਿੰਦੇ ਇਹ ਕਿਹੜਾ ਮੁੰਡਾ, ਇਹ ਤਾਂ ਬੜਾ ਸੋਹਣਾ ਸੁਨੱਖਾ ਹੈ। ਉਹਨਾਂ ਨੇ ਮੈਨੂੰ ਬੁਲਾ ਕੇ 5000 ਰੁਪਏ ਦਾ ਇਨਾਮ ਦਿੱਤਾ ਸੀ। ਰਫੀ ਸਾਹਿਬ ਨੇ ਤੇ ਮੇਰੇ ਅਥਰੂ ਆ ਗਏ ਸੀ। ਮੈਂ ਰਫੀ ਸਾਹਿਬ ਨੂੰ ਦੇਖ ਹੀ ਰਿਹਾ ਸੀ। ਔਰ ਰਫੀ ਸਾਹਿਬ ਜੈਸੀ ਸ਼ਖਸੀਅਤ ਤੇ ਖੈਰ ਰੱਬ, ਮੈਂ ਕੀ ਕਹਿ ਸਕਦਾ, ਮੈਂ ਉਹ ਤੇ ਸਿੰਘ ਦੇ ਚਾਨਣ ਮੁਨਾਰੇ ਸੀਗੇ। ਤੇ ਉਹਦੇ ਬਾਅਦ ਉਹਨਾਂ ਨੇ ਗਾਣਾ ਗਾਇਆ ਲੱਗੀ ਵਾਲੇ ਤੇ ਕਦੇ ਨਹੀਂ ਸੌਂਦੇ ਤੇਰੀ ਕਿਵੇਂ ਅੱਖ ਲੱਗ ਗਈ। ਤੇ ਉਹ ਜਦੋਂ ਗਾ ਰਹੇ ਸੀ ਗਾਣਾ, ਉਹ ਕਹਿੰਦੇ ਕਿਹੜਾ ਐਕਟਰ ਕਰੇਗਾ ਸਕਰੀਨ ਤੇ, ਇਹ ਗਾਣਾ ਬੜਾ ਔਖਾ ਹੈ, ਇਹਦੇ ਕਾਫੀ ਫੀਲਿੰਗਸ ਹੈ, ਵੇਰੀਏਸ਼ਨਸ ਹੈ, ਇਹ ਕੋਈ ਬਫੂਨਰੀ ਨਹੀਂ ਹੈ ਕਿ ਇਹਦਾ ਮਜ਼ਾਕ ਉਡਾਇਆ ਉਹਦਾ ਮਜ਼ਾਕ ਉਡਾਇਆ। ਇਹ ਵਾਕਈ ਕਲਚਰ ਦੀ ਇੱਕ ਸੱਸੀ ਪੁੰਨੂ ਦੀ, ਇਹ ਪੁੰਨੂ ਦਾ ਜਿਹੜਾ ਦਰਦ ਹੈ, ਇਹ ਕਿਹੜਾ ਐਕਟਰ ਹੈ। ਉਹਨੇ ਕਿਹਾ ਜੀ ਸਤੀਸ਼ ਕੋਲ। ਕਹਿੰਦਾ ਬਸ। ਉਹਨਾਂ ਨੇ ਮੈਨੂੰ ਬੁਲਾਇਆ, ਮੈਨੂੰ ਅੱਧਾ ਘੰਟਾ ਉਹ ਦੇਖਦੇ ਰਹੇ। ਮੈਂ ਕਿਹਾ ਪਤਾ ਨਹੀਂ ਕੀ ਦੇਖ ਰਹੇ ਨੇ। ਉਹਦੇ ਬਾਅਦ ਜਦੋਂ ਉਹਨਾਂ ਨੇ ਗਾਣਾ ਸ਼ੁਰੂ ਕੀਤਾ ਸਰ, ਮੇਰੇ ਹੱਥੋਂ ਮਤਲਬ ਬਰਸਾਤ ਹੀ ਆ ਗਈ ਕਿ ਲੱਗੀ ਵਾਲੇ ਤੇ ਕਦੇ ਨਹੀਂ ਸੌਂਦੇ ਤੇਰੀ ਕਿਵੇਂ ਅੱਖ ਲੱਗ ਗਈ। ਉਹਦੇ ਬਾਅਦ ਉਹਦਾ ਰਿਵਰਸ ਰੋਮਾਂਟਿਕ ਗਾਣਾ ਸੀ ਤੂੰ ਕਿਹੜੇ ਅਰਸ਼ ਦਾ ਤਾਰਾ ਹੈ। ਤੇ ਵਾਕਈ ਉਹ ਅਰਸ਼ ਦੇ ਤਾਰੇ ਤੇ ਉਹ ਸੀਗੇ, ਤੇ ਮੈਂ ਤੇ ਕੱਖ ਵੀ ਨਹੀਂ ਉਹਨਾਂ ਦੇ ਸਾਹਮਣੇ। ਬਟ ਰਫੀ ਸਾਹਿਬ ਦੀ ਜਿਹੜੀ ਦੇਣ ਸੀ ਔਰ ਜਿਹੜਾ ਉਹਨਾਂ ਨੇ ਮੈਨੂੰ ਇੱਕ, ਮੈਂ ਬਹੁਤ ਹੀ ਮੇਰੇ ਖਿਆਲ ਇੱਕ ਮਾਣ ਨਹੀਂ ਕਰਨਾ ਚਾਹੀਦਾ, ਮੇਰੇ ਖਿਆਲ ਪੰਜਾਬ ਦਾ ਕੋਈ ਵੀ ਐਕਟਰ ਨਹੀਂ ਹੈਗਾ ਜਿਨ੍ਹਾਂ ਨੂੰ ਇੰਨਾ ਸੁਭਾਗ ਪ੍ਰਾਪਤ ਹੋਇਆ ਕਿ ਉਹ ਰਫੀ ਸਾਹਿਬ ਦੇ ਗਾਣੇ ਤੇ ਉਹਨਾਂ ਨੇ ਕੰਮ ਕੀਤਾ ਹੋਇਆ। ਕਿ ਜਦ ਤੱਕ ਸਾਡਾ ਪਿਆਰ ਕੁਆਰਾ। ਦੂਸਰੇ ਨੂੰ ਕਿਹਾ ਸੀ ਮਹਿੰਦਰ ਕਹਿਲੇ ਤੇ ਦਰਸ਼ਨ ਕਿ ਵੀ ਗਾਣਾ ਮੈਨੂੰ ਦਿਖਾਣਾ ਕਿ ਮੈਂ ਦੇਖਣਾ ਚਾਹਨਾ। ਕਿ ਉਹਨਾਂ ਨੇ ਜਦੋਂ ਗਾਣਾ ਦੇਖਿਆ ਤੇ ਮੇਰੇ ਆਉਣ ਦੇ ਪਹਿਲੇ ਉਹਨਾਂ ਨੇ ਮੈਨੂੰ ਇਹਨੇ ਕੁੱਟ ਕੇ ਜੱਫੀ ਪਾਈ। ਕਹਿੰਦਾ ਵਾਕਈ ਤੂੰ ਜਿਹੜਾ ਇਹਦੇ 'ਚ ਜਿਹੜੀ ਜਾਨ ਪਾਈ ਹਰ ਅਲਫਾਜ਼ ਵਿੱਚ, ਤੇ ਮੈਂ ਬੜਾ ਖੁਸ਼। ਮੇਰੇ ਵਾਸਤੇ ਤਾਂ ਅਰਬਾਂ ਦੀ ਦੌਲਤ, ਕਰੋੜਾਂ ਦੀ ਦੌਲਤ ਸੀਗੀ। ਜਨ ਮਾਨਸ ਦੇ ਨਾਲ ਸਮੇਂ ਦੀ ਹਕੂਮਤ ਨੇ ਵੀ ਰਫੀ ਸਾਹਿਬ ਦੀ ਇਸ ਆਵਾਜ਼ ਦੀ ਪਰਵਾਜ਼ ਨੂੰ ਪਛਾਣਿਆ ਅਤੇ 1967 ਵਿੱਚ ਪਦਮ ਸ਼੍ਰੀ ਦੇ ਰੂਪ ਵਿੱਚ ਕਬੂਲਿਆ। ਪਦਮ ਸ਼੍ਰੀ ਦੇ ਨਾਲ ਹੋਰ ਅਨੇਕਾਂ ਅਵਾਰਡ ਰਫੀ ਸਾਹਿਬ ਦੀ ਝੋਲੀ ਵਿੱਚ ਪਏ, ਜਿਨ੍ਹਾਂ ਵਿੱਚੋਂ 1948 ਦਾ ਪੰਡਿਤ ਨਹਿਰੂ ਵੱਲੋਂ ਦਿੱਤਾ ਗਿਆ ਸਿਲਵਰ ਮੈਡਲ, 1974 ਵਿੱਚ तेरी गलियों में ना रखेंगे कदम ਲਈ ਮਿਲਿਆ ਬੈਸਟ ਸਿੰਗਰ ਦਾ ਅਵਾਰਡ। ਫਿਰ 1973, 74, 78, 79, 80 ਦੇ ਫਿਲਮ ਫੇਅਰ ਅਵਾਰਡ ਅਹਿਮ ਸਨ। 1957, 65, 66 ਦੇ ਬੰਗਲਾ ਫਿਲਮ ਜਰਨਲਿਸਟ ਐਸੋਸੀਏਸ਼ਨ ਅਵਾਰਡ ਅਤੇ ਫਿਰ 1964 ਦੇ ਸੁਰ ਸ਼ਿੰਗਾਰ ਅਵਾਰਡ ਨਾਲ ਵੀ ਰਫੀ ਸਾਹਿਬ ਨੂੰ ਸਨਮਾਨਿਆ ਗਿਆ। जो मौका मिला वो सबसे पहले तो हंसराज बहल जी, मैं उनका चीफ असिस्टेंट था और सिकंदर आज़म में मैं एज सिंगर भी आया और उनके साथ काम भी किया। और उसमें रफ़ी साहब का एक गाना था, जहाँ डाल डाल पर सोने की भी वो गाने पे आते थे तो क्या थे कि बिना रिहर्सल के कभी उन्होंने गाना नहीं गाया था। 1-2 रिहर्सल करेंगे, उसके बाद गाने को पूरा समझने की कोशिश करेंगे कि इस गाने का मतलब क्या है, किस पे पिक्चराइज होने वाला है, क्यों होने वाला है, कितना लाउड मुझे गाना है, कितना सॉफ्ट मुझे गाना है। ये सारी बातें वो सुन के उसको समझने के बाद फिर गाना रिहर्सल करते थे। रिहर्सल में भी इनका तरीका मुझे बहुत अच्छा लगता था कि गाना जब भी शुरू हो तो पहले जो होता है ना कि टेम्पो होता है, बड़ी दूर से आए, ये टेम्पो है उसका, तो वो बोलेंगे आधे में मुझे सुनाओ पहले कि बड़ी दूर से आए हैं, तो हैं पे वजन देना है कि आए पे देना है कि लंबा करना है। ये सारी बातें वो छोटी छोटी लिख के उसको रिहर्सल करके 3-4 बार उस तरह से रिहर्सल करने के बाद फिर हम ओरिजिनल टेम्पो पे आते थे। मुझे खुशी इस बात की होती है हर वक्त कि रफ़ी जी बोलते थे कि जब भी प्रोग्राम में जाता हूँ तो बोले भैया मैं तुम्हारे गाने से स्टार्ट करता हूँ, पर्दा खुलता है और मैं बोलता हूँ कि बड़ी दूर से आए हैं, प्यार का तोहफा लाए हैं, और एक सिचुएशनल गाना बनता है क्योंकि हम परदेश जाते हैं प्यार का तोहफा लाए हैं।
ਮਾਣ ਸਨਮਾਨ ਮਿਲਦੇ ਨੇ ਇਨਸਾਨ ਨੂੰ ਤੇ ਵਕਤ ਪੈਣ ਤੇ ਇਤਿਹਾਸ ਦਾ ਹਿੱਸਾ ਬਣ ਜਾਂਦੇ ਨੇ, ਪਰ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਲੋਕ ਮਨਾਂ ਵਿੱਚ ਵਸ ਜਾਣਾ। ਇਹ ਸਨਮਾਨ ਰਫੀ ਸਾਹਿਬ ਨੂੰ ਹੀ ਮਿਲਿਆ। ਮਾਨਾਂ ਸਨਮਾਨਾਂ ਦੇ ਨਾਲ ਲੱਦੇ ਮੁਹੰਮਦ ਰਫੀ ਤੇ ਮਾਣ ਕਰਦੇ ਉਹਨਾਂ ਦੇ ਪਿੰਡ ਦੇ ਵਾਸੀ। ਮਾਣ ਮਹਿਸੂਸ ਕਰਦਾ ਕਿ ਉਸ ਧਰਤੀ ਤੇ ਅਸੀਂ ਵੀ ਜਨਮ ਲਿਆ ਜਿੱਥੇ ਦੁਨੀਆ ਦਾ ਸਟਾਰ ਸਵਰਗੀ ਸ੍ਰੀ ਮੁਹੰਮਦ ਰਫੀ ਨੇ ਜਨਮ ਲਿਆ, ਤੇ ਸਾਨੂੰ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਵੀ ਉਸੇ ਹੀ ਧਰਤੀ ਤੇ ਜਨਮ ਲਿਆ ਹੈ। ਤੇ ਅਸੀਂ ਹਰ ਸਾਲ ਜਿਹੜਾ ਉਹਨਾਂ ਦਾ ਇੱਥੇ ਇੱਕ ਵੱਡੇ ਪੱਧਰ ਤੇ ਦਿਨ ਵੀ ਮਨਾਉਂਦੇ ਹਾਂ। ਇੱਥੇ ਲੋਕ ਦੇਸ਼ ਵਿਦੇਸ਼ਾਂ ਤੋਂ ਆਉਂਦੇ ਨੇ ਤੇ ਇਸ ਧਰਤੀ ਨੂੰ ਚੁੰਮਦੇ ਨੇ ਤੇ ਬੜਾ ਮਾਣ ਮਹਿਸੂਸ ਹੁੰਦਾ ਉਦੋਂ ਇਸ ਦਾ। ਉਹ ਮਿੱਟੀ ਨੂੰ ਲੈ ਕੇ ਵੀ ਇੱਥੋਂ ਜਾਂਦੇ ਨੇ ਤੇ ਉਹਨੂੰ ਸਜਦਾ ਵੀ ਕਰਦੇ ਨੇ। ਪਿੰਡੋਂ ਪਾਕਿਸਤਾਨ ਤੋਂ ਪਹਿਲੋਂ ਚਲੇ ਗਏ। ਰਫੀ ਸਾਹਿਬ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਅਨੇਕਾਂ ਯਾਦਾਂ ਅਜੇ ਵੀ ਉਹਨਾਂ ਦੇ ਪਿੰਡ ਵਾਸੀਆਂ ਜਾਂ ਉਹਨਾਂ ਨੂੰ ਨੇੜਿਓਂ ਵੇਖਣ ਵਾਲਿਆਂ ਦੇ ਚੇਤਿਆਂ ਵਿੱਚ ਮਹਿਫੂਜ਼ ਪਈਆਂ ਨੇ। ਬਾਗ ਵਿੱਚ ਖੇਡਦੇ ਹੁੰਦੇ ਸਾਂ। ਇੱਕ ਦਿਨ ਮੈਂ ਆਖਿਆ ਮੀਟੀ ਦੇ ਆਪਣੀ ਆਂਦਾ ਖਲੋ ਜਾ ਮੈਂ ਤੁਹਾਡਾ ਹੀ ਬੰਦੋਬਸਤ ਕਰ ਲਿਆ। ਤੇ ਉਹਨੇ ਕੀਤਾ ਕਾਟੂੰਗਾ ਰੋਜ਼ ਕੇ ਸ਼ੇਰ ਲੈ ਦਿੱਤਾ ਮੁਹੰਮਦ ਰਫੀ 1937 ਆਂਦਾ ਲਾਹੌਰ ਚਲੇ ਜਾਣਾ, ਇਹ ਨਿਸ਼ਾਨੀਆਂ ਚਲੋ ਮੇਰੇ ਨਾਲ ਜੀ ਕਰਿਆ ਕਰੋ, ਇੱਥੇ ਆਣ ਕੇ ਮਿਲ ਜਾਇਆ ਕਰੋ। ਇਹ ਬਲਾਕ ਉਸੇ ਵੇਲੇ ਦਾ ਹੀ ਹੈ। ਇਹ ਬਿਲਡਿੰਗ ਵੀ, ਇਹ ਪੁਰਾਣੇ ਬੂਹੇ ਬਾਰੀਆਂ ਸਾਰੇ ਹੀ ਮਰਹੂਮ ਸ਼੍ਰੀ ਮੁਹੰਮਦ ਰਫੀ ਜੀ ਦੇ ਵੇਲੇ ਦੇ ਨੇ, ਜਿੱਥੇ ਉਹ ਚੌਥੀ ਜਮਾਤ ਤੱਕ ਪੜ੍ਹਦੇ ਰਹੇ ਨੇ। ਬੱਚਿਆਂ ਨੂੰ ਉਹਨਾਂ ਤੋਂ ਪ੍ਰੇਰਿਤ ਸਨ 1975 ਤੋਂ ਲੈ ਕੇ 1980 ਤੱਕ ਮੈਂ ਬਤੌਰ ਚੀਫ ਅਸਿਸਟੈਂਟ ਮਿਊਜ਼ਿਕ ਡਾਇਰੈਕਟਰ ਜਨਾਬ ਹੰਸਰਾਜ ਬਹਿਲ ਸਾਹਿਬ ਦੇ ਨਾਲ ਕੰਮ ਕਰਦਾ ਰਿਹਾ। ਉਸ ਦੌਰਾਨ ਰਫੀ ਸਾਹਿਬ ਦੇ ਨਾਲ ਮੁਲਾਕਾਤ ਵੀ ਹੁੰਦੀ ਸੀ, ਉਹਨਾਂ ਨੂੰ ਰਿਹਰਸਲ ਵੀ ਕਰਵਾਉਂਦੇ ਸਾਂ ਔਰ ਬੜਾ ਮਜ਼ਾ ਆਉਂਦਾ ਸੀ। ਔਰ ਮੈਨੂੰ ਯਾਦ ਹੈ ਇੱਕ ਗਾਣਾ ਜਿਹੜਾ ਮੈਂ ਹੀ ਰਫੀ ਸਾਹਿਬ ਨੂੰ ਰਿਹਰਸਲ ਕਰਾਇਆ ਸੀ, ਉਹ ਮੈਂ ਥੋੜ੍ਹਾ ਤੁਹਾਨੂੰ ਗੁਣਗੁਣਾ ਕੇ ਦੱਸਦਾ। ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਵੇਖਿਆ, ਰੱਬ ਵੇਖਿਆ। ਅਤੇ ਇਹ ਕਹਿਣਾ ਚਾਹੁੰਦਾ ਕਿ ਅਗਰ ਮੈਂ ਇਸ ਧਰਤੀ ਤੇ ਰੱਬ ਨੂੰ ਤੇ ਹਮੇਸ਼ਾ ਅਸੀਂ ਹਰ ਰੂਪ ਵਿੱਚ ਦੇਖਦੇ ਰਹਿੰਦੇ ਹਾਂ, ਲੇਕਿਨ ਮੈਂ ਇਨਸਾਨ ਦੇ ਰੂਪ ਵਿੱਚ ਰੱਬ ਨੂੰ ਦੇਖਿਆ ਤੇ ਇੱਕ ਰਫੀ ਸਾਹਿਬ ਨੂੰ ਦੇਖਿਆ। ਉਹਨਾਂ ਤੋਂ ਗੀਤ ਗਾਉਣਾ ਸੀਗਾ, ਦੋ ਗੀਤ ਸੀਗੇ। ਇੱਕ ਗੀਤ ਦੁਗਾਣਾ ਸੀ ਡਿਊਟ ਬੀਬੀ ਰਣਜੀਤ ਕੌਰ ਜੀ ਨਾਲ, ਇੱਕ ਉਹਨਾਂ ਦਾ ਸੋਲੋ ਸੀ। ਤੇ ਮੈਂ ਜਦੋਂ ਉਹਨੂੰ ਰਿਹਰਸਲ ਕਰਾਉਣ ਲੱਗਿਆ ਮੈਂ ਹੈਰਾਨ ਹਾਂ ਵੀ ਉਹਨੇ ਮੈਨੂੰ 3-4 ਵਾਰੀ ਪੁੱਛਿਆ, ਸਦੀਕ ਜੀ ਮੈਂ ਠੀਕ ਕਹਿ ਰਿਹਾ। ਜਦੋਂ ਇਹ ਗੱਲ ਕਹਿੰਦੇ ਸੀਗੇ ਮੈਂ ਉਦੋਂ ਹੀ ਸ਼ਰਮਾ ਜਾਂਦਾ ਸੀਗਾ। ਇੱਕ ਰੱਬ ਜਿੱਡੀ ਹਸਤੀ ਉਹ ਮੈਨੂੰ ਬਾਰ-ਬਾਰ ਪੁੱਛੀ ਜਾਂਦੇ ਨੇ ਵੀ ਮੈਂ ਠੀਕ ਕਹਿ ਰਿਹਾ। ਫਿਰ ਮੈਂ ਦੇਖਿਆ ਵੀ ਨਹੀਂ, ਇਹ ਇਸ ਥਾਂ 'ਤੇ ਪਹੁੰਚੇ ਇਸ ਕਰਕੇ ਨੇ ਵੀ ਇਹ ਕੁਝ ਵੀ ਗਲਤ ਨਹੀਂ ਕਰਨਾ ਚਾਹੁੰਦੇ, ਕੁਝ ਵੀ ਗਲਤੀ ਨਹੀਂ ਛੱਡਣਾ ਚਾਹੁੰਦੇ। ਹੱਸ ਬੱਲੀਏ ਨਹੀਂ ਹੱਸਣਾ, ਹੱਸ ਬੱਲੀਏ ਨਹੀਂ ਹੱਸਣਾ, ਹੱਸਣਾ ਕਹਿੰਦੇ। ਮੈਂ ਕਿਹਾ ਨਹੀਂ ਹੱਸਣਾ। ਮੈਂ ਕਹਿਤਾ, ਮੈਂ ਕਿਹਾ ਨਹੀਂ ਜੀ, ਮੈਂ ਕਿਹਾ ਮੈਂ ਆਪਣੇ ਭੋਲੇਪਣ 'ਚ ਕਹਿਤਾ, ਮੈਂ ਕਿਹਾ ਨਹੀਂ ਹੱਸਣਾ। ਤੇ ਉਹ ਕਹਿੰਦੇ ਵਾਹ ਜੀ ਵਾਹ ਵਾਹ, ਅੱਛਾ ਹੱਸਣਾ। ਫਿਰ ਬਹੁਤ ਸੋਹਣਾ ਉਹਨਾਂ ਨੇ ਕੋਆਪਰੇਟ ਕੀਤਾ। ਅਸੀਂ 2 ਵਾਰੀ ਰਿਹਰਸਲ ਕੀਤੀ, ਉਹ ਤੀਜੀ ਵਾਰੀ ਰਿਕਾਰਡਿੰਗ ਜਦੋਂ ਹੋਈ ਮਾਈਕ ਅੱਗੇ ਖੜੇ ਔਰ ਮੈਨੂੰ ਪਤਾ ਵੀ ਨਹੀਂ ਲੱਗਿਆ ਤੇ ਰਿਕਾਰਡਿੰਗ ਮੁਕੰਮਲ ਹੋ ਗਈ ਔਰ ਫਸਟ ਟੇਕ ਓਕੇ ਹੋਈ ਔਰ ਬਹੁਤ ਅੱਛਾ ਲੱਗਿਆ। ਉਸ ਤੋਂ ਬਾਅਦ ਅਸੀਂ ਜਦੋਂ ਬੈਠੇ, ਤੁਸੀਂ ਬਹੁਤ ਅੱਛਾ ਗਾਇਆ, ਬਹੁਤ ਅੱਛਾ ਗਾਇਆ। ਆਏ ਮੈਂ ਕਹਾਂ ਬਸ ਗਾਇਆ ਗਿਆ, ਮੈਂ ਦਿਲ 'ਚ ਕਹਾਂ ਵੀ ਬਸ ਗਾਇਆ ਗਿਆ। ਅੱਛਾ ਤਾਂ ਹੁਣ ਬਾਅਦ 'ਚ ਪਤਾ ਲੱਗੂ। ਫਿਰ ਬਹੁਤ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਔਰ ਮੈਨੂੰ ਮਨ ਨੂੰ ਤਸੱਲੀ ਹੋਈ, ਸ਼ੁਕਰ ਹੈ ਮੈਂ ਗਾ ਸਕੀ ਉਹਨਾਂ ਸਾਹਮਣੇ। ਮੈਂ 1973 ਤੋਂ 1974 ਤੱਕ ਲਗਾਤਾਰ ਬੰਬਈ ਵਿੱਚ ਫਿਲਮ ਪੱਤਰਕਾਰ ਵਜੋਂ ਰਿਹਾ। ਮੈਨੂੰ ਪਹਿਲੀ ਵਾਰ ਉਹ ਲਕਸ਼ਮੀਕਾਂਤ ਪਿਆਰੇ ਲਾਲ ਸੰਗੀਤਕਾਰ, ਉਹਨਾਂ ਦੇ ਮਿਊਜ਼ਿਕ ਰੂਮ ਦੇ ਵਿੱਚ ਪਹਿਲੀ ਵਾਰੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਔਰ ਮੈਂ ਉਹਨਾਂ ਦਾ ਇੰਟਰਵਿਊ ਸ਼ੰਕਰ ਜੈ ਕਿਸ਼ਨ ਜੀ ਦੇ ਮਿਊਜ਼ਿਕ ਰੂਮ ਦੇ ਵਿੱਚ ਕੀਤਾ ਪਹਿਲਾ। ਉਹਦੇ ਬਾਅਦ ਪੰਜਾਬੀ ਦੇ ਪ੍ਰਸਿੱਧ ਸੰਗੀਤਕਾਰ ਮਰਹੂਮ ਹੰਸਰਾਜ ਬਹਿਲ ਸਾਹਿਬ, ਜਿਨ੍ਹਾਂ ਦੀਆਂ ਕਈ ਫਿਲਮਾਂ ਵਿੱਚ ਉਹਨਾਂ ਨੇ ਗਾਇਆ, ਉਹਨਾਂ ਦੇ ਕੋਲ ਬਹੁਤ ਵਾਰੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ। ਮੈਂ ਉਹਨਾਂ ਵਿੱਚ ਇੱਕ ਖਾਸ ਗੱਲ ਵੇਖੀ ਕਿ ਉਹ ਦਿਲ ਦਾ ਬਾਦਸ਼ਾਹ, ਨੀਅਤ ਦਾ ਦਰਵੇਸ਼ ਸੀ ਔਰ
ਉਹਨੇ ਵੱਡੀਆਂ ਵੱਡੀਆਂ ਫਿਲਮਾਂ 'ਚ ਗਾਇਆ, ਹਰ ਭਾਸ਼ਾ ਦੇ ਵਿੱਚ ਉਹਨੇ ਪੂਰੀ ਮੁਹਾਰਤ ਨਾਲ ਗਾਇਆ। ਅਸੀਂ 1964-65 'ਚ ਇੱਕ ਫਿਲਮ ਬਣਾਈ ਜਿਹਦਾ ਨਾਮ ਸ਼ੌਂਕਣ ਮੇਲੇ ਦੀ ਸੀ। ਜਾਂਚ ਮੈਨੂੰ ਆ ਗਈ ਗਮ ਖਾਨ ਦੀ, ਹੌਲੀ ਹੌਲੀ ਰੋਕ ਜੀ ਪ੍ਰਤਾਨ ਦੀ। ਇਹ ਬੜਾ ਖੂਬਸੂਰਤ ਗਾਣਾ ਲਿਖਿਆ ਸੀ ਮੁਰਾਰੀ ਸਾਹਿਬ ਨੇ, ਤੇ ਅਸੀਂ ਇਹੋ ਚਾਹੁੰਦੇ ਸਾਂ ਕਿ ਇਹ ਰਫੀ ਸਾਹਿਬ ਹੀ ਗਾਣ। ਅਸੀਂ ਕਿਹਾ, ਉਹ ਰਫੀ ਸਾਹਿਬ ਦੇ ਸੈਕਟਰੀ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਜੀ ਨਹੀਂ, ਅਸੀਂ ਅੱਜ ਤੇ ਫਿਲਮ ਸੈਂਟਰ ਬਿਜ਼ੀ ਹਾਂ, ਅਸੀਂ ਨਹੀਂ ਜਾ ਸਕਦੇ। ਅਸੀਂ ਬੜੇ ਬਾਈ ਚਾਂਸ ਅਸੀਂ ਅੱਗੇ ਗਏ ਤਾਂ ਰਫੀ ਸਾਹਿਬ ਨਿਕਲ ਰਿਹਾ ਸੀ। ਅਸੀਂ ਆਏ, ਰਫੀ ਸਾਹਿਬ ਇਸ ਤਰ੍ਹਾਂ ਹੋਊਗਾ ਮੈਂ, ਤੇ ਇਹ ਪੰਜਾਬੀ ਫਿਲਮ ਦਾ ਗਾਣਾ ਹੈ। ਕਹਿੰਦਾ ਜੀ ਮੈਂ ਆਵਾਂਗਾ। ਫਿਰ ਕਹਿੰਦਾ ਤੁਸੀਂ, ਉਹ ਕਹਿੰਦਾ ਜੀ ਤੂੰ 10 ਵਜੇ ਉੱਥੇ ਟਾਈਮ ਰੱਖਿਆ ਹੈ, ਤੁਸੀਂ ਇੱਥੇ ਕਹਿੰਦਾ ਜੀ ਨਹੀਂ ਆਓ। ਉਹ ਫਿਰ ਇੰਨੀ ਖੂਬਸੂਰਤ ਗੱਲ ਹੋਈ ਸੀ ਕਿ ਅਸੀਂ ਐਗਜ਼ੈਕਟ 10 ਵਜੇ ਉਹ ਪਹੁੰਚ ਗਏ, ਪਹੁੰਚੇ ਵੀ, ਤੇ ਗਾਂ ਸਾਰੇ ਮਿਊਜ਼ੀਸ਼ੀਅਨ ਨਾਲ ਬੈਠ ਕੇ ਸਾਰਾ ਦੇਖਿਆ। ਉਹਦੇ ਬਾਅਦ ਫਿਰ ਇੱਕ ਵਾਰੀ ਰਿਹਰਸਲ ਕੀਤੀ, ਫਿਰ ਦੂਸਰੀ ਵਾਰੀ ਰਿਹਰਸਲ ਕੀਤੀ, ਐਂਡ 15 ਮਿੰਟਾਂ ਵਿੱਚ ਗਾਣਾ ਗਾਇਆ ਤੇ ਉਹ ਚਲੇ ਗਏ। 31 ਮਈ 1976 ਦੀ ਗੱਲ ਹੈ। ਸੁੰਦਰ ਕੋਹਲੀ ਜੀ ਰਫੀ ਸਾਹਿਬ ਦੇ ਘਰ ਰਿਕਾਰਡਿੰਗ ਦੀ ਰਸਲ ਕਰਾਉਣ ਜਾਂਦੇ ਸੀ, ਤੇ ਰਫੀ ਸਾਹਿਬ ਨੂੰ ਦਿਲ ਛੱਡਣਾ ਹਿੰਮਤ ਹਾਲ ਗਾਣਾ ਬਹੁਤ ਵਧੀਆ ਲੱਗਾ ਕਿ ਇਹਦੇ 'ਚ ਫਲੋ ਬਹੁਤ ਵਧੀਆ ਹੈ। ਉਹਨਾਂ ਨੇ ਕੋਹਲੀ ਸਾਹਿਬ ਨੂੰ ਕਿਹਾ ਕਿ ਰਾਈਟਰ ਨਾਲ ਮੇਰੀ ਮੁਲਾਕਾਤ ਕਰਾਇਓ। ਅਗਲੇ ਦਿਨ ਰਿਕਾਰਡਿੰਗ 'ਤੇ ਜਦੋਂ ਰਫੀ ਸਾਹਿਬ ਆਏ ਤਾਂ ਕੋਹਲੀ ਸਾਹਿਬ ਨੇ ਮੈਨੂੰ ਮਿਲਾਇਆ, ਤੇ ਉਹਨਾਂ ਨੇ ਮੈਨੂੰ ਬੜਾ ਮਾਣ ਸਤਿਕਾਰ ਦਿੱਤਾ, ਪਿਆਰ ਨਾਲ ਬੋਲੇ, ਤੇ ਪੁੱਛਣ ਲੱਗੇ ਵੀ ਤੁਸੀਂ ਪਹਿਲੀ ਵਾਰ ਤੁਹਾਨੂੰ ਵੇਖਿਆ। ਮੈਂ ਵੀ ਕਿਹਾ ਮੈਂ ਪਹਿਲੀ ਵਾਰ ਆਇਆ ਜੀ। ਕਹਿੰਦੇ ਗਾਣਾ ਬਹੁਤ ਵਧੀਆ ਲਿਖਿਆ। ਉਸ ਤੋਂ ਬਾਅਦ ਗਾਣਾ ਸੋਲੋ ਰਿਕਾਰਡ ਹੋ ਗਿਆ। करे हिम्मत बेड़ा पार, करे हिम्मत बेड़ा पार। ਤੇ ਫੋਟੋ ਸੈਸ਼ਨ ਵੇਲੇ ਸ਼ਾਮ ਨੂੰ 6:30 ਵਜੇ ਦੀ ਗੱਲ ਹੈ, ਤੇ ਮੈਂ ਸਾਹਮਣੇ ਬੈਠਾ ਤੇ ਮੈਨੂੰ ਉਹਨਾਂ ਆਵਾਜ਼ ਮਾਰੀ, ਕਹਿੰਦੇ ਯਾਰ ਤੂੰ ਲਿਖਣ ਵਾਲਾ ਮੈਂ ਗਾਉਣ ਵਾਲਾ, ਤੇ ਤੂੰ ਵਿੱਚ ਨਾ ਹੋਵੇ ਤੇ ਫੋਟੋ ਫਿਰ ਕਾਹਦੀ ਆਈ। ਉਹਨਾਂ ਮੈਨੂੰ ਮਤਲਬ ਲੱਗੇ ਮੋਢੇ ਦਾ ਰੱਖ ਕੇ ਮੇਰੇ ਤੇ ਫੋਟੋ ਖਿਚਾਈ ਆ। ਤੇ ਰਫੀ ਸਾਹਿਬ ਦੀ ਅੱਜ ਜੋ ਯਾਦ ਆਉਂਦੀ ਆ ਤੇ ਮਨ ਬਹੁਤ ਭਰ ਜਾਂਦਾ। ਉਹ ਜਿਹਾ ਗਾਇਕ ਦੁਨੀਆ ਨੂੰ ਕਦੀ ਨਹੀਂ ਮਿਲਣਾ। लिखे जो खत तुझे। ਜ਼ਿੰਦਗੀ ਦੇ ਅੰਤਿਮ ਸਾਹਾਂ ਤੱਕ ਸੰਗੀਤ ਨੂੰ ਪਰਨਾਏ ਰਫੀ ਸਾਹਿਬ ਆਪਣੇ ਕੈਰੀਅਰ ਦੇ ਸਿਖਰ ਤੇ ਸਨ ਕਿ 29 ਜੁਲਾਈ 1980 ਦਾ ਉਹ ਦਿਹਾੜਾ ਆ ਗਿਆ ਜਿਸ ਦਿਨ ਉਹਨਾਂ ਨੇ ਸੰਗੀਤਕਾਰ ਲక్ష్ਮੀਕਾਂਤ ਪਿਆਰੇਲਾਲ ਲਈ ਇੱਕ ਗੀਤ ਰਿਕਾਰਡ ਕਰਵਾਇਆ। ਰਿਕਾਰਡਿੰਗ ਤੋਂ ਬਾਅਦ ਜਾਣ ਲੱਗਿਆਂ ਉਹਨਾਂ ਦੇ ਮੂੰਹੋਂ ਨਿਕਲਿਆ ਅੱਛਾ ਤੋ ਮੈਂ ਚਲਤਾ ਹੂੰ, ਜੋ ਕਿ ਉਹਨਾਂ ਨੇ ਪਹਿਲਾਂ ਕਦੀ ਵੀ ਨਹੀਂ ਸੀ ਕਿਹਾ। ਉਦੋਂ ਇਹ ਪਤਾ ਨਹੀਂ ਸੀ ਕਿ ਇਹ ਚਲਤਾ ਹੂੰ ਇਸ ਦੁਨੀਆ ਤੋਂ ਜਾਣ ਦੀ ਪ੍ਰਤੀਧੁਨੀ ਸੀ, ਕਿਉਂਕਿ ਉਸ ਤੋਂ 2 ਦਿਨ ਬਾਅਦ 31 ਜੁਲਾਈ 1980 ਨੂੰ ਹਾਰਟ ਅਟੈਕ ਦੇ ਰੂਪ ਵਿੱਚ ਮੌਤ ਨੇ ਦਸਤਕ ਦਿੱਤੀ। ਰਫੀ ਸਾਹਿਬ ਵੱਲੋਂ ਗਾਏ ਫਿਲਮ ਆਸ-ਪਾਸ ਦੇ ਅੰਤਿਮ ਗੀਤ ਦੇ ਬੋਲ ਸਨ ਸ਼ਾਮ ਫਿਰ ਕਿਉਂ। दो घड़ी साथ रहे, खुश रहे, आबाद रहे, उनको भी शाद किया, आप भी हम शाद रहे। वक्त अब आ गया रुखसत का, चले जाते हैं। ਕੱਲ ਵੀ ਗੂੰਜਦੀ ਸੀ, ਅੱਜ ਵੀ ਗੂੰਜਦੀ ਹੈ ਤੇ ਕੱਲ ਵੀ ਗੂੰਜੇਗੀ। Subscribe now and press the bell icon. Never miss an update.